अस्सलाम वालेकुम। वालेकुम ਕੀ ਹਾਲ ਚਾਲ ਹੈ? ਠੀਕ ਹੋ? ਤੇ ਅੱਜ ਤੋਂ ਕੁਝ ਦਿਨ ਪਹਿਲੇ ਤੁਸੀਂ ਮੇਰੇ ਚੈਨਲ ਤੇ ਵੀਡੀਓ ਦੇਖੀ ਹੋਣੀ ਹੈ ਬਾਜੀ ਉਹਨਾਂ ਦੀ ਤੇ ਭਾਈ ਦੀ। ਬਾਜੀ ਉਹਨਾਂ ਨੇ ਮਾਸ਼ਾਅੱਲਾ ਸਲਾਮ ਕਬੂਲ ਕੀਤਾ ਵਾ ਔਰ ਕਾਫੀ ਇਹਨਾਂ ਦੀ ਵੀਡੀਓ ਮੇਰੀ ਟਿਕਟੌਕ ਤੇ ਚੱਲੀ ਸੀਗੀ। ਕਿਸ ਤਰ੍ਹਾਂ ਮਾਮਲਾ ਚੱਲ ਰਿਹਾ ਹੁਣ? ਮੈਂ ਕਾਫੀ ਦਿਨਾਂ ਬਾਅਦ ਤੁਹਾਡੇ ਕੋਲ ਆਇਆ, ਮੈਂ ਕਿਹਾ ਚੱਕਰ ਲਗਾ ਲਈਏ। ਮਾੜਾ ਮੋਟਾ ਕੰਮ ਜਿਹੜਾ ਦਿਹਾੜੀ ਇੱਕ ਲੱਗ ਜਾਂਦੀ ਹੈ, ਦੋ ਵੇਲੇ ਆ। ਤੁਹਾਨੂੰ ਪਤਾ 1000-1200 ਰੁਪਇਆ ਨਾਲ ਕਿਰਾਏ ਦੇ ਮਕਾਨਾਂ 'ਚ ਕਿੱਥੇ ਗੁਜ਼ਾਰੇ ਹੁੰਦੇ ਆ। ਬਸ ਇਹ ਵਾ ਕਿ ਦੋ ਦਿਨ ਲੱਗ ਗਏ, 2 ਦਿਨ ਵਿਹਲੇ, 2 ਦਿਨ ਲੱਗ ਗਏ। ਮਜ਼ਦੂਰੀਆਂ ਦੇ ਨਾਲ ਇਹੀ ਹਿਸਾਬ ਆ, ਮਜ਼ਦੂਰੀ ਤੇ ਭਾਜੀ ਫਿਰ ਵਕਤ ਜਾਣਾ। ਫਿਰ ਇਹ ਨਾ ਤੁਹਾਡੇ ਵਾਸਤੇ ਕਿਸੇ ਭਾਈ ਨੇ ਕੁਝ ਅਮਾਨਤ ਭੇਜੀ ਸੀ, ਤੋਹਫਾ ਭੇਜਿਆ ਸੀ ਤੁਹਾਡੇ ਵਾਸਤੇ। ਇਹਦੇ ਵਿੱਚ ਬੱਚੇ ਦੇ ਕੱਪੜੇ ਆ, ਕੁਝ ਚੀਜ਼ਾਂ ਵਾ। ਠੀਕ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਤੱਕ ਪਹੁੰਚਾ ਦੇਣਾ। ਇਹ ਬਾਜੀ ਬੱਚੇ ਵਾਸਤੇ ਕੁਝ ਅਮਾਨਤ ਆਈ ਸੀਗੀ, ਠੀਕ ਆ। ਦੇਖੋ ਇਹ ਜਿਹੜੀ ਹੁੰਦੀ ਨਾ ਵਕਤੀ ਜ਼ਰੂਰਤ ਹੁੰਦੀ ਆ, ਕੋਈ 1-2 ਵਾਰੀ ਪੂਰੀ ਕਰ ਦਿੰਦਾ ਵਾ। ਇਹ ਖੁਦ ਵੀ ਨਹੀਂ ਅੱਛਾ ਲੱਗਦਾ ਸਾਨੂੰ। ਦੇਖੋ ਮੇਰੀ ਗੱਲ ਸੁਣੋ, 1 ਦਫਾ ਤੁਸੀਂ ਕਰਤਾ, 2 ਦਫਾ ਕਰਤਾ, 3 ਦਫਾ ਕਰਤਾ, ਬਾਰ-ਬਾਰ ਅਸੀਂ ਕਿਹੜਾ ਅੱਲਾ ਮਾਫ ਕਰੇ ਮੰਗਣ ਵਾਲੇ ਆ? ਕਿਸੇ ਦੇ ਕੋਲ ਹੱਥ ਪੈਰ ਅੱਲਾ ਪਾਕ ਨੇ ਦਿੱਤੇ ਹੋਏ ਆ। ਚਲੋ ਇਹ ਵਾ ਕਿ ਮੈਂ ਕਹਿੰਦਾ ਕੋਈ ਮੁਸਤਕਿਲ ਕੰਮ ਹੋ ਜਾਵੇ, ਮੈਂ ਆਪਣਾ ਰੋਜ਼ਗਾਰ ਆਰਾਮ ਸਕੂਨ ਨਾਲ ਇੱਜ਼ਤ ਦੀ ਖਾਵਾਂ। ਬਸ ਹਾਂ ਭਾਜੀ, ਬਾਰ-ਬਾਰ ਤੁਹਾਨੂੰ ਕਹਿਣਾ, ਕਿਸੇ ਹੋਰ ਨੂੰ ਕਹਿਣਾ ਖੁਦ ਅੱਛਾ ही नहीं लगता। भाई आपकी मेहरबानी है, आपने 2-3 दफ़ा हम पे मुश्किल आई, आपने हेल्प की है, लेकिन हम लोग ये चाहते हैं हमारा कोई मुश्किल हल हो जाए, कोई मतलब अच्छा सेटअप हो, अच्छा ना भी हो, गुजारे लायक हो जाए। बस हम लोग मेहनत करने वाले, मेहनत करके खुद हम अच्छा कर लेंगे उसको। बस थोड़ा बहुत गुजारा मतलब हो जाए हमारा। बार बार अच्छा नहीं लगता किसी से हेल्प मांगना, क्योंकि लोग भी 1-आध दफ़ा कर देंगे, बार बार किसी को कहना भी शर्मिंदगी होती है। फिर ਮੇਰੇ ਕੋਲ ਨਾ ਬਾਜੀ ਉਹਨਾਂ ਦੀ ਆ, ਭਾਈ ਉਹਨਾਂ ਦੀ ਕੁਛ ਅਮਾਨਤ ਮੇਰੇ ਕੋਲ ਆਈ ਹੈ, ਕੁਛ ਅਮਾਉਂਟ ਮੇਰੇ ਕੋਲ ਤੁਹਾਡੀ ਜਮ੍ਹਾਂ ਹੋ ਗਈ ਆ। ਲੇਕਿਨ ਇੰਨਾ ਨਹੀਂ ਹੋਇਆ ਹੈ ਕਿ ਅਸੀਂ ਆਪਣਾ ਸੈਟਅਪ ਬਣਾ ਲਈਏ ਹਲੇ। ਔਰ ਮੈਂ ਸਾਰੇ ਭੈਣਾਂ ਭਰਾਵਾਂ ਅੱਗੇ ਅਪੀਲ ਕਰਦਾ ਵਾਂ ਕਿ ਦੇਖੋ, ਇੱਕ ਬੰਦਾ ਵਸਾਇਲ ਨਾ ਹੁੰਦੀ ਵਜ੍ਹਾ ਤੋਂ ਪਰੇਸ਼ਾਨ ਆ, ਉਹ ਆਪਣੀ ਮਿਹਨਤ ਕਰਨਾ ਚਾਹੁੰਦਾ ਵਾ, ਤੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਉਹਦਾ ਮੁਸ਼ਕਲ ਹੱਲ ਹੀ ਕਰੀਏ। ਮੇਰੇ ਕੋਲ ਹਲੇ ਇੰਨੀ ਅਮਾਉਂਟ ਨਹੀਂ ਜਮ੍ਹਾਂ ਹੋਈ ਹੈ ਕਿ ਜਿਹੜਾ ਅਸੀਂ ਨਾ ਸੈਟਅਪ ਬਣਾ ਲਈਏ। ਔਰ ਬਾਜੀ ਹੋਣੀ ਵੀ ਇਹੀ ਕਹਿੰਦੇ ਆ ਕਿ ਅੱਛਾ ਨਹੀਂ ਲੱਗਦਾ। ਮੈਂ ਦੇਖੋ 2-3 ਦਫਾ ਇਹਨਾਂ ਦੀ ਵਕਤੀ ਜ਼ਰੂਰਤ ਪੂਰੀ ਕੀਤੀ ਆ, ਕੋਈ ਕਿੰਨੀ ਦੇਰ ਤੱਕ ਕਿਸੇ ਦੀ ਕਰ ਸਕਦਾ ਵਾ। ਤੇ ਇਸ ਲਈ ਮੇਰੀ ਪੂਰੀ ਕੋਸ਼ਿਸ਼ ਆ ਕਿ ਤੁਹਾਨੂੰ ਰੋਜ਼ਗਾਰ ਦਾ ਇਨਸ਼ਾਅੱਲਾ ਸੈਟਅਪ ਬਣਾ ਕੇ ਦੇਵਾਂਗੇ। ਕੁਛ ਅਮਾਉਂਟ ਮੇਰੇ ਕੋਲ ਹੈ ਵਾ, ਕੁਛ ਮੈਂ ਕੋਸ਼ਿਸ਼ ਕਰ ਰਿਹਾ। ਅੱਛਾ ਇਹ ਤੇ ਤੁਸੀਂ ਦੱਸਣਾ ਇਹਦੇ ਉੱਤੇ ਕਿੰਨਾ ਕੁ ਖਰਚਾ ਸਾਡਾ ਆਏਗਾ? 1.5 ਲੱਖ ਤੱਕ ਤੇ ਆ ਜਾਣਾ, ਨਾਰਮਲ, ਬਿਲਕੁਲ ਨਾਰਮਲ। ਅੱਛਾ, ਅਗਰ ਅਸੀਂ ਨਾਰਮਲ ਸੈਟਅਪ ਵੀ ਬਣਾਈਏ ਤੇ ਉਹਦੇ ਤੇ ਵੀ ਤਕਰੀਬਨ ਕੋਈ 1.5 ਲੱਖ ਰੁਪਏ ਦਾ ਖਰਚਾ ਜਿਹੜਾ ਵਾ ਉਹ ਆਏ ਨਾ ਵਾ। 1.5 ਲੱਖ 'ਚ ਹੀ ਸਾਡਾ ਕੰਮ ਸ਼ੁਰੂ ਹੋਣਾ ਵਾ। ਹਾਂਜੀ, ਕੰਮ ਸ਼ੁਰੂ ਹੋਣਾ ਵਾ। ਉਹ ਵੀ ਭਾਜੀ ਮਸਲਨ ਇਹ ਵਾ ਕਿ ਕੁਰਸੀਆਂ ਲੈ ਲਈਆਂ, ਦੂਸਰਾ ਸਮਾਨ ਲੈ ਲਿਆ, ਸ਼ੀਸ਼ਾ ਫਰੰਟ ਵਾਲਾ ਜਿਹੜਾ ਗੇਟ ਗੂਟ ਨਹੀਂ ਅਸੀਂ ਲਵਾਉਣਾ, ਸਿਰਫ ਨਾਰਮਲ ਸਮਾਨ। ਅੱਛਾ, ਸੈਟਅਪ ਨੂੰ ਨਾ ਸਿਰਫ ਸ਼ੁਰੂ ਕਰਨ ਵਾਸਤੇ ਸਾਨੂੰ ਤਕਰੀਬਨ ਕੋਈ 1.5 ਲੱਖ ਰੁਪਈਆ ਚਾਹੀਦਾ ਵਾ, ਤੇ ਇੰਨਾ ਸਾਡੇ ਕੋਲ ਹਲੇ ਬਜਟ ਨਹੀਂ ਹੋਇਆ ਹੈਗਾ। ਕੋਈ ਭੈਣ ਭਰਾ ਜਿਹੜਾ ਕੋਈ ਇਸ ਨੇ ਕੰਮ 'ਚ ਕੋਈ ਹਿੱਸਾ ਪਾਉਣਾ ਚਾਹੁੰਦਾ ਵਾ, ਚਲੋ ਯਾਰ ਇੱਕ ਫੈਮਿਲੀ ਵਾਸਤੇ ਉਹਨਾਂ ਦਾ ਕੋਈ ਮੁਸ਼ਕਲ ਹੱਲ